Good morning students. आज ਅਸੀਂ 9th class ਦਾ chapter 3 atoms and molecules start ਕਰਾਂਗੇ. English medium students are facing problems in understanding the chapter. So ਉਹਨਾਂ ਬੱਚਿਆਂ ਲਈ ਮੇਰੇ ਇੱਕ ਛੋਟਾ ਜਿਹਾ effort ਹੈ. Chapter 3 Atoms and Molecules. Atoms ਨੂੰ ਪੰਜਾਬੀ ਵਿੱਚ ਪਰਮਾਣੂ ਕਹਿੰਦੇ ਹਨ ਅਤੇ molecules ਨੂੰ ਅਣੂ ਕਹਿੰਦੇ ਹਨ. ਅੱਜ ਅਸੀਂ ਇਸ ਚੈਪਟਰ ਨੂੰ ਵਿਸਤਾਰ ਨਾਲ ਪੜ੍ਹਾਂਗੇ. Ancient Indian and Greek philosophers have always wondered about the unknown and unseen form of matter. ਬੇਟਾ ਸਾਡੇ ਪੁਰਾਣੇ ਜਿਹੜੇ ਇੰਡੀਅਨ ਅਤੇ ਗ੍ਰੀਕ ਫਿਲੋਸਫਰਸ ਹੋਏ ਆ ਉਹ ਹਮੇਸ਼ਾ ਹੀ ਮਾਦੇ ਬਾਰੇ ਮਾਦੇ ਦਾ ਤੱਤ ਉਹਨਾਂ ਨੂੰ ਹੈਰਾਨ ਕਰਦਾ ਰਿਹਾ ਹੈ. ਮੈਟਰ ਯਾਨੀ ਕਿ ਮਾਦਾ, ਜਿਵੇਂ ਕਿ ਆਪਾਂ ਇਸ ਬਾਰੇ ਪਹਿਲਾਂ ਵੀ ਪੜ੍ਹ ਚੁੱਕੇ ਹਾਂ. ਮਾਦਾ ਕੀ ਹੁੰਦਾ ਹੈ? ਮਾਦਾ ਇੱਕ ਅਜਿਹਾ ਪਦਾਰਥ ਹੈ ਜਿਹੜਾ ਥਾਂ ਘੇਰਦਾ ਹੈ ਅਤੇ ਜਿਸ ਦਾ ਪੁੰਜ ਵੀ ਹੁੰਦਾ ਹੈ. ਉਹ ਹਮੇਸ਼ਾ ਤੋਂ ਹੀ ਮਾਦੇ ਦੇ ਬਾਰੇ ਜਾਣਨ 'ਚ ਇੱਛੁਕ ਸਨ. ਮਾਦਾ ਕੀ ਹੈ, ਮਾਦਾ ਕਾਹਦਾ ਬਣਿਆ ਹੋਇਆ ਹੈ. ਜੇ ਅਸੀਂ ਮਾਦੇ ਨੂੰ ਡਿਵਾਈਡ ਕਰੀ ਜਾਵਾਂਗੇ, ਛੋਟੇ ਛੋਟੇ ਟੁਕੜਿਆਂ 'ਚ ਵੰਡੀ ਜਾਵਾਂਗੇ ਤਾਂ ਕੀ ਪ੍ਰਾਪਤ ਹੋਏਗਾ? The idea of divisibility of matter was considered long back in India around 500 BC. ਪਦਾਰਥ ਦੀ ਵੰਡ ਦੇ ਵਿਸ਼ੇ ਦਾ ਵਿਚਾਰ ਭਾਰਤ ਵਿੱਚ ਲਗਭਗ 500 ਸਦੀ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ. An Indian philosopher, Maharishi Kannar, postulated that if we go on dividing matter, called padarth, we shall get smaller and smaller particles. ਭਾਰਤੀ ਫਿਲਾਸਫਰ ਮਹਾਰਿਸ਼ੀ ਕੰਨੜ ਨੇ ਇਹ ਪੋਸਟੂਲੇਟ ਕੀਤਾ ਜਾਂ ਆਪਣਾ ਇੱਕ ਵਿਚਾਰ ਦਿੱਤਾ ਕਿ ਜੇ ਅਸੀਂ ਪਦਾਰਥ ਨੂੰ ਛੋਟਾ ਵੰਡਦੇ ਜਾਈਏ ਤਾਂ ਸਾਨੂੰ ਛੋਟੇ ਕਣ ਪ੍ਰਾਪਤ ਹੋ ਜਾਣਗੇ. Ultimately, a stage will come when we shall come across the smallest particle beyond which further division will not be possible. ਅੰਤ ਵਿੱਚ ਇੱਕ ਇਹੋ ਜਿਹੀ ਸੀਮਾ ਆ ਜਾਏਗੀ ਜਦੋਂ ਉਸ ਕਣ ਨੂੰ ਦੁਬਾਰਾ ਨਹੀਂ ਵੰਡਿਆ ਜਾ ਸਕੇਗਾ ਤਾਂ ਉਹ ਸੂਖਤਮ ਕਣ ਅਣਵੰਡਿਆ ਹੀ ਰਹਿ ਜਾਏਗਾ. ਉਹਨਾਂ ਨੇ ਇਸ ਸਮੋਲੈਸਟ ਪਾਰਟੀਕਲ ਨੂੰ ਪਰਮਾਣੂ ਦਾ ਨਾਂ ਦਿੱਤਾ. Another Indian philosopher, Pakuda Katyayam, elaborated his doctrine and said that these particles normally exist in combined form, which gives us various forms of matter. ਇੱਕ ਹੋਰ ਭਾਰਤੀ ਦਾਰਸ਼ਨਿਕ ਸਨ ਜਿਨ੍ਹਾਂ ਦਾ ਨਾਮ ਪਕੁਦਾ ਕਾਤਿਆਇਨ ਸੀ. ਉਹਨਾਂ ਨੇ ਆਪਣੇ ਮਤ ਨੂੰ ਥੋੜ੍ਹਾ ਹੋਰ ਵਿਸਤਾਰ ਨਾਲ ਪੇਸ਼ ਕੀਤਾ ਅਤੇ ਕਿਹਾ ਕਿ ਇਹ ਪਦਾਰਥ ਸੰਯੁਕਤ ਰੂਪ ਵਿੱਚ ਮਿਲਦੇ ਹਨ ਅਤੇ ਵੱਖ ਪਦਾਰਥਾਂ ਦੇ ਰੂਪ ਇਹਨਾਂ ਕਣਾਂ ਕਰਕੇ ਹੀ ਹਨ. Around same era, ancient Greek philosopher Democritus and Leucippus said that if we go on dividing matter, a stage will come when the particles obtained cannot divide further. Democritus called these indivisible particles atoms. ਲਗਭਗ ਇਸੇ ਹੀ ਸਮੇਂ ਗ੍ਰੀਕ ਫਿਲਾਸਫਰ ਡੈਮੋਕ੍ਰਿਟਿਕਸ ਅਤੇ ਲਿਊਸਿਪਸ ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਜੇ ਆਪਾਂ ਕਿਸੇ ਵੀ ਪਦਾਰਥ ਨੂੰ ਵੰਡਦੇ ਜਾਈਏ ਤਾਂ ਇੱਕ ਇਹੋ ਜਿਹੀ ਸਟੇਜ ਆਏਗੀ ਕਿ ਉਸ ਪਦਾਰਥ ਨੂੰ ਦੁਬਾਰਾ ਨਹੀਂ ਵੰਡਿਆ ਜਾ ਸਕੇਗਾ. ਉਹਨਾਂ ਨੇ ਇਸ ਛੋਟੇ ਕਣ ਨੂੰ ਐਟਮ ਦਾ ਨਾਂ ਦਿੱਤਾ. All this was based on philosophical considerations and not much experimental work to validate these ideas could be done till 18th century. ਪਰੰਤੂ ਇਹ ਸਾਰੇ ਦਾਰਸ਼ਨਿਕ ਮਤ ਸਨ. ਇਸ ਨੂੰ ਪ੍ਰੂਫ ਕਰਨ ਲਈ ਲਗਭਗ 18ਵੀਂ ਸਦੀ ਤੱਕ ਕੋਈ ਵੀ ਐਕਸਪੈਰੀਮੈਂਟਲ ਵਰਕ ਨਹੀਂ ਕੀਤਾ ਗਿਆ ਸੀ. By the end of the 18th century, scientists recognized the difference between elements and compounds and naturally became interested in finding out how and why elements combine and what happens when they combine. 18ਵੀਂ ਸਦੀ ਦੇ ਅੰਤ ਤੱਕ ਵਿਗਿਆਨੀਆਂ ਨੇ ਤੱਤਾਂ ਅਤੇ ਯੌਗਿਕਾਂ ਵਿੱਚ ਅੰਤਰ ਸਮਝ ਲਿਆ. ਫਿਰ ਉਹ ਇਹ ਜਾਣਨ ਦੇ ਇੱਛੁਕ ਹੋਏ ਕਿ ਤੱਤ ਕਿਵੇਂ ਕੰਬਾਈਨ ਕਰਦੇ ਹਨ, ਕਿਉਂ ਕੰਬਾਈਨ ਕਰਦੇ ਹਨ ਅਤੇ ਜਦੋਂ ਕੰਬਾਈਨ ਕਰਦੇ ਹਨ ਤਾਂ ਕੀ ਪ੍ਰਾਪਤ ਹੁੰਦਾ ਹੈ. ਐਂਟੋਨੀ
L. Lavoisier laid the foundation of chemical sciences by establishing two important laws of chemical combination. ਵਿਗਿਆਨਿਕ ਐਲ ਲੈਵੋਜ਼ੀਅਰ ਨੇ ਰਸਾਇਣਿਕ ਵਿਗਿਆਨ ਦੇ ਦੋ ਮਹੱਤਵਪੂਰਨ ਨਿਯਮ ਇਸਟੈਬਲਿਸ਼ ਕੀਤੇ ਬਣਾਏ ਜਿਸ ਨੇ ਰਸਾਇਣਿਕ ਵਿਗਿਆਨ ਨੂੰ ਮਹੱਤਵਪੂਰਨ ਆਧਾਰ ਦਿੱਤਾ। ਦ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਭਾਵ ਰਸਾਇਣਿਕ ਸੰਯੋਜਨ ਦੇ ਨਿਯਮ। ਬੇਟਾ ਇਹ ਜਿਹੜੇ ਨਿਯਮ ਬਣਾਏ ਸੀ ਉਹਨਾਂ ਨੇ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਇਹ ਐਕਸਪੈਰੀਮੈਂਟਲ ਵਰਕ 'ਤੇ ਆਧਾਰਿਤ ਸਨ। The following two laws of chemical combinations were established after experimentation work by Antony Lavoisier and Joseph L. Proust। ਸਾਇੰਟਿਸਟ ਐਂਟਨੀ ਲੈਵੋਜ਼ੀਅਰ ਅਤੇ ਜੋਜ਼ਫ ਐਲ ਪ੍ਰਾਊਸਟ ਨੇ ਬਹੁਤ ਸਾਰਾ ਪ੍ਰਯੋਗੀ ਕੰਮ ਕੀਤਾ ਅਤੇ ਕੈਮੀਕਲ ਕੰਬੀਨੇਸ਼ਨ ਦੇ ਦੋ ਲਾ ਦਿੱਤੇ ਭਾਵ ਰਸਾਇਣਿਕ ਸੰਯੋਜਨ ਦੇ ਦੋ ਨਿਯਮ ਦਿੱਤੇ। ਹੁਣ ਅਸੀਂ ਇਹਨਾਂ ਨਿਯਮਾਂ ਬਾਰੇ ਵਿਸਥਾਰ ਨਾਲ ਪੜ੍ਹਾਂਗੇ। ਫਸਟ ਲਾਅ ਇਜ਼ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਭਾਵ ਪੁੰਜ ਦਾ ਸੁਰੱਖਿਅਨ ਨਿਯਮ। ਕੀ ਕਿਸੇ ਰਸਾਇਣਿਕ ਕਿਰਿਆ ਵਿੱਚ ਪੁੰਜ ਦਾ ਪਰਿਵਰਤਨ ਹੁੰਦਾ ਹੈ? ਬੇਟਾ ਇਸ ਦਾ ਕੀ ਮਤਲਬ ਹੈ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੁਆਰਾ ਸਮਝਾਂਗੇ। ਮੰਨ ਲਓ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ XY ਅਭਿਕਾਰਕ ਹਨ ਅਤੇ Z ਉਤਪਾਦ ਹੈ। ਹੁਣ ਬੇਟਾ ਜੀ X ਦਾ ਵੀ ਕੁਝ ਪੁੰਜ ਹੋਏਗਾ, Y ਦਾ ਵੀ ਕੁਝ ਪੁੰਜ ਹੋਏਗਾ ਅਤੇ ਜਿਹੜਾ ਉਤਪਾਦ ਬਣੇਗਾ Z ਦਾ ਵੀ ਕੁਝ ਪੁੰਜ ਹੋਵੇਗਾ। ਜਿਹੜਾ ਉਤਪਾਦ Z ਬਣਿਆ ਹੈ ਕੀ ਉਸ ਦਾ ਪੁੰਜ X + Y ਦੇ ਪੁੰਜ ਤੋਂ ਵੱਖਰਾ ਹੋਏਗਾ? ਮੰਨ ਲਓ X + Y ਦਾ ਕੁੱਲ ਪੁੰਜ 14 ਗ੍ਰਾਮ ਹੈ ਤਾਂ Z ਦਾ ਪੁੰਜ ਕੀ ਹੋਏਗਾ? 14 ਗ੍ਰਾਮ ਤੋਂ ਘੱਟ ਹੋਏਗਾ ਜਾਂ 14 ਗ੍ਰਾਮ ਹੀ ਹੋਵੇਗਾ। Is there a change in chemical mass when a chemical changes takes place or chemical reaction takes place? ਬੇਟਾ ਬੁੱਕ ਵਿੱਚ ਇਹ ਕੰਸੈਪਟ ਉਹਨਾਂ ਨੇ ਇੱਕ ਐਕਟੀਵਿਟੀ ਨਾਲ ਸਮਝਾਇਆ ਹੈ। ਉਹਨਾਂ ਨੇ ਲਿਖਿਆ ਹੈ ਟੇਕ ਵਨ ਆਫ ਦ ਫੋਲੋਇੰਗ ਸੈਟਸ X and Y of chemicals। ਬੇਟਾ ਦੇयर ਆਰ ਗਿਵਨ 3 ਸੈਟਸ ਆਫ ਦ ਕੈਮੀਕਲਸ। 3 ਸੈਟਸ ਦਿੱਤੇ ਉਹਨਾਂ ਨੇ। ਇੱਕ ਦਿੱਤਾ ਹੈ ਕਾਪਰ ਸਲਫੇਟ ਅਤੇ ਸੋਡੀਅਮ ਕਾਰਬੋਨੇਟ ਦਾ, ਦੂਸਰਾ ਦਿੱਤਾ ਹੈ ਬੇਰੀਅਮ ਕਲੋਰਾਈਡ ਅਤੇ ਸੋਡੀਅਮ ਸਲਫੇਟ ਦਾ, ਥਰਡ ਵਨ ਇਜ਼ lead nitrate and sodium chloride. Prepare separately a 5% solution of any one pair of substances listed under X and Y, each in 10 milliliter in water. Take a little amount of solution of Y in conical flask and some of the solution X in the ignition tube. बेटा ਕੈਮੀਕਲਸ ਦਾ ਪਾਣੀ ਵਿੱਚ 5% ਦਾ ਸੋਲਿਊਸ਼ਨ ਬਣਾ ਲੈਣਾ ਹੈ ਅਤੇ ਇਸ ਵਿੱਚੋਂ ਜਿਹੜਾ Y ਕੈਮੀਕਲ ਹੈ ਉਸਨੂੰ ਕੌਨੀਕਲ ਫਲਾਸਕ ਵਿੱਚ ਪਾ ਲੈਣਾ ਹੈ ਅਤੇ X ਨੂੰ ਇਗਨੀਸ਼ਨ ਟਿਊਬ 'ਚ ਪਾ ਲੈਣਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਇਗਨੀਸ਼ਨ ਟਿਊਬ ਨੂੰ ਬਾਲਣ ਨਲੀ ਵੀ ਕਹਿੰਦੇ ਹਾਂ, ਜਿਵੇਂ ਕਿ ਤੁਸੀਂ ਪਿਕਚਰ ਵਿੱਚ ਦੇਖ ਰਹੇ ਹਾਂ। Y ਕੈਮੀਕਲ ਹੈ ਜਿਹੜਾ ਉਹ ਕੌਨੀਕਲ ਫਲਾਸਕ ਵਿੱਚ ਹੈ ਅਤੇ X ਹੈ ਜਿਹੜਾ ਉਹ ਇਗਨੀਸ਼ਨ ਟਿਊਬ 'ਚ ਹੈ। ਇਗਨੀਸ਼ਨ ਟਿਊਬ ਨੂੰ ਹੈਂਗ ਕੀਤਾ ਹੋਇਆ ਹੈ ਅਤੇ ਉੱਪਰੋਂ ਫਲਾਸਕ ਨੂੰ ਕੋਰਕ ਨਾਲ ਬੰਦ ਕੀਤਾ ਹੋਇਆ ਹੈ। ਨਾਓ weigh the contents carefully. Now tilt the swirl of the flask and so that the solutions XY get mixed। ਬੇਟਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ X ਜਿਹੜਾ ਸੀ ਉਹ ਇਗਨੀਸ਼ਨ ਟਿਊਬ 'ਚ ਪਿਆ ਸੀ, ਜਿਹੜਾ Y ਕੈਮੀਕਲ ਸੀ ਉਹ ਕੌਨੀਕਲ ਫਲਾਸਕ 'ਚ ਪਿਆ ਸੀ। ਇਹਨਾਂ ਨੂੰ ਅਲੱਗ-ਅਲੱਗ ਵੇ ਕਰ ਲੈਣਾ। ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਇਗਨੀਸ਼ਨ ਟਿਊਬ Y ਵਿੱਚ ਮਿਕਸ ਕਰ ਲੈਣਾ ਹੈ ਅਤੇ ਇੱਕ ਕੈਮੀਕਲ ਰਿਐਕਸ਼ਨ ਹੋਊਗਾ ਅਤੇ ਨਿਊ ਪ੍ਰੋਡਕਟਸ ਬਣਨਗੇ, ਉਤਪਾਦ ਬਣਨਗੇ। ਦੈਨ ਵੇ ਅਗੇਨ ਉਹਨੂੰ ਦੁਬਾਰਾ ਤੋਲਣਾ। ਜਦੋਂ ਰਸਾਇਣਿਕ ਕਿਰਿਆ ਹੋ ਜਾਏਗੀ ਫਿਰ ਦੁਬਾਰਾ ਤੋਲਣਾ। ਕੀ ਹੋਏਗਾ ਫਲਾਸਕ 'ਚ? ਵਟ ਹੈਪਨਸ ਇਨ ਦ ਰਿਐਕਸ਼ਨ ਫਲਾਸਕ। ਅੱਗੇ ਬੇਟਾ ਉਹਨਾਂ ਨੇ ਕੁਐਸ਼ਚਨਸ ਪੁੱਛਿਆ ਵਟ ਹੈਪਨਸ ਇਨ ਦ ਰਿਐਕਸ਼ਨ ਫਲਾਸਕ। ਜਿਹੜੀ ਰਿਐਕਸ਼ਨ ਫਲਾਸਕ ਹੈ ਜਿਸ 'ਚ ਰਸਾਇਣਿਕ ਕਿਰਿਆ ਹੋਈ ਹੈ ਉਹਦੇ 'ਚ ਕੀ ਹੋਏਗਾ? ਡੂ ਯੂ ਥਿੰਕ ਅ ਕੈਮੀਕਲ ਰਿਐਕਸ਼ਨ ਹੈਜ਼ ਟੇਕਨ ਪਲੇਸ? ਕੀ ਕੋਈ ਕੈਮੀਕਲ ਰਿਐਕਸ਼ਨ ਹੋਇਆ? ਅਫਕੋਰਸ ਬੇਟਾ ਜਦੋਂ ਦੋ ਕੈਮੀਕਲ ਆਪਸ 'ਚ ਮਿਕਸ ਹੋਣਗੇ ਤਾਂ ਕੈਮੀਕਲ ਰਿਐਕਸ਼ਨ ਹੋਏਗਾ ਹੀ। ਵਾਈ ਸ਼ੁੱਡ ਵੀ ਪੁੱਟ ਅ ਕੋਰਕ ਔਨ ਦ ਮਾਊਥ ਆਫ ਦ ਫਲਾਸਕ। ਅਸੀਂ ਫਲਾਸਕ ਦੇ ਮੂੰਹ 'ਤੇ ਕੋਰਕ ਕਿਉਂ ਲਗਾਈ? ਬੇਟਾ ਕੈਮੀਕਲ ਰਿਐਕਸ਼ਨ ਵਿੱਚ ਗੈਸਿਸ ਵੀ ਐਜ਼ ਅ ਪ੍ਰੋਡਕਟ ਜਿਹੜੀਆਂ ਪੈਦਾ ਹੋ ਸਕਦੀਆਂ ਹਨ ਅਤੇ ਜੇ ਗੈਸਿਸ ਬਾਹਰ ਨਿਕਲ ਜਾਣਗੀਆਂ ਤਾਂ ਫਿਰ ਵੇਟ ਵਿੱਚ ਫਰਕ ਪੈ ਜਾਏਗਾ। ਇਸ ਲਈ ਉਹਦੇ ਫਲਾਸਕ ਦੇ ਮੂੰਹ 'ਤੇ ਕੋਰਕ ਲਗਾਈ ਗਈ ਹੈ। ਡਜ਼ ਦ ਮਾਸਕ ਆਫ ਦ ਫਲਾਸਕ ਚੇਂਜ ਐਂਡ ਇਟਸ ਕੰਟੈਂਟਸ ਚੇਂਜ। ਕੀ ਉਸਦੇ ਪੁੰਜ ਵਿੱਚ ਫਰਕ ਪਿਆ? ਕੀ ਉਸਦੇ ਕੰਟੈਂਟਸ ਬਦਲੇ?
ਬੇਟਾ ਇਹੀ ਸਾਡਾ ਲਾ ਹੈ। ਦਿਸ ਇਜ਼ ਦ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਦੈਟ ਸਟੇਟਸ ਦੈਟ ਮਾਸ ਕੈਨ ਨੀਦਰ ਬੀ ਕ੍ਰੀਏਟਿਡ ਨੋਰ ਡਿਸਟਰੋਇਡ ਇਨ ਅ ਕੈਮੀਕਲ। ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਹੁੰਦਾ ਹੈ ਅਤੇ ਨਾ ਹੀ ਉਸ ਦਾ ਵਿਨਾਸ਼ ਹੁੰਦਾ ਹੈ। ਦਿਸ ਇਜ਼ ਦ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਇਹ ਸਾਡਾ ਪੁੰਜ ਦਾ ਸੁਰੱਖਿਆ ਨਿਯਮ ਸੀ। ਨੈਕਸਟ ਇਜ਼ ਦ ਲਾ ਆਫ ਦ ਕਾਂਸਟੈਂਟ ਪ੍ਰਪੋਰਸ਼ਨ, ਭਾਵ ਸਥਿਰ ਅਨੁਪਾਤ ਦਾ ਨਿਯਮ। Lavoisier, along with other scientists, noted that many compounds were composed of two or more elements, and each such compound had the same elements in the same proportion, irrespective of where the compound came from or who prepared it. Means ਜਿਹੜੇ ਕੰਪਾਊਂਡਸ ਹੈ ਉਹ ਦੋ ਜਾਂ ਦੋ ਤੋਂ ਵੱਧ ਤੱਤਾਂ ਦੇ ਮਿਲ ਕੇ ਬਣੇ ਹੁੰਦੇ ਹਨ ਅਤੇ ਉਹਨਾਂ ਤੱਤਾਂ ਦਾ ਅਨੁਪਾਤ ਫਿਕਸ ਹੁੰਦਾ ਹੈ। ਅਨੁਪਾਤ ਭਾਵ ਪ੍ਰਪੋਰਸ਼ਨ ਫਿਕਸ ਹੁੰਦਾ ਹੈ, ਚਾਹੇ ਉਹ ਕੰਪਾਊਂਡ ਕਿਤੋਂ ਵੀ ਮਿਲੇ ਹੋਣ ਜਾਂ ਉਹਨਾਂ ਨੂੰ ਕਿਸੇ ਨੇ ਵੀ ਪ੍ਰਪੇਅਰ ਕੀਤਾ ਹੋਏ, ਉਹਨਾਂ ਪ੍ਰਪੋਰਸ਼ਨ ਵਿੱਚ ਕੋਈ ਚੇਂਜ ਨਹੀਂ ਆਉਂਦਾ। ਫੋਰ ਐਗਜ਼ਾਮਪਲ ਸਾਡੇ ਕੋਲ ਜਿਵੇਂ ਪਾਣੀ ਹੈ, ਪਾਣੀ ਇੱਕ ਯੌਗਿਕ ਹੈ, ਇਸ ਦਾ ਫਾਰਮੂਲਾ H2O ਹੈ। H ਹਾਈਡਰੋਜਨ ਦਾ ਸੰਕੇਤ ਹੈ ਅਤੇ O ਆਕਸੀਜਨ ਦਾ ਸੰਕੇਤ ਹੈ। ਹੁਣ H2O ਵਿੱਚ H ਦੇ 2 ਐਟਮਸ ਅਤੇ ਆਕਸੀਜਨ ਦੇ 1 ਐਟਮ ਹੁੰਦੇ ਹਨ। ਹੁਣ ਪਾਣੀ ਤੁਸੀਂ ਕਿਤੋਂ ਵੀ ਪ੍ਰਾਪਤ ਕਰੋ, ਭਾਵੇਂ ਤੁਸੀਂ ਕਿਸੇ ਸਮੁੰਦਰ ਦਾ ਪਾਣੀ ਲੈ ਲਓ, ਚਾਹੇ ਤੁਸੀਂ ਕਿਸੇ ਖੂਹ ਦਾ ਪਾਣੀ ਲੈ ਲਓ, ਚਾਹੇ ਨਲਕੇ ਦਾ ਪਾਣੀ ਲੈ ਲਓ, ਚਾਹੇ ਕਿਸੇ ਪੌਂਡ ਦਾ ਪਾਣੀ ਲੈ ਲਓ, ਹਰ ਇੱਕ ਦਾ ਜਿਹੜਾ ਫਾਰਮੂਲਾ ਹੈ ਉਹ H2O ਹੀ ਹੋਵੇਗਾ। ਇਸ ਵਿੱਚ ਹਾਈਡਰੋਜਨ ਦੇ 2 ਪਰਮਾਣੂ ਅਤੇ ਆਕਸੀਜਨ ਦਾ ਹਮੇਸ਼ਾ 1 ਪਰਮਾਣੂ ਹੀ ਹੋਏਗਾ, ਤਾਂ ਹੀ ਅਸੀਂ ਉਸਨੂੰ ਪਾਣੀ ਕਹਾਂਗੇ, ਅਦਰਵਾਈਜ਼ ਉਹ ਪਾਣੀ ਨਹੀਂ ਹੋਏਗਾ। ਇਹ ਹੀ ਸਾਡਾ ਲਾ ਆਫ ਕਾਂਸਟੈਂਟ ਪ੍ਰਪੋਰਸ਼ਨ ਹੈ। ਜਿਵੇਂ ਕਿ ਤੁਸੀਂ ਬੁੱਕ 'ਚੋਂ ਵੀ ਪੜ੍ਹ ਰਹੇ ਹੋ, ਇਨ ਅ ਕੰਪਾਊਂਡ ਸਚ ਐਜ਼ ਵਾਟਰ ਦ ਰੇਸ਼ੋ ਆਫ ਦ ਮਾਸ ਆਫ ਦ ਹਾਈਡਰੋਜਨ ਟੂ ਦ ਮਾਸ ਆਫ ਦ ਆਕਸੀਜਨ ਇਜ਼ ਆਲਵੇਜ਼ 1:8, whatever the source of water. Thus, if the 9 gram of water is decomposed, 1 gram of hydrogen and 8 gram of oxygen are always obtained. How we can understand it in another way, that the mass of the hydrogen is 1, ਕਿ ਹਾਈਡਰੋਜਨ ਦਾ ਪੁੰਜ 1 ਹੁੰਦਾ ਹੈ ਅਤੇ ਆਕਸੀਜਨ ਦਾ ਪੁੰਜ 16 ਹੁੰਦਾ। ਹੁਣ ਪਾਣੀ ਦੈਟ ਇਜ਼ H2O, ਉਹਦੇ ਵਿੱਚ ਹਾਈਡਰੋਜਨ ਦੇ 2 ਪਰਮਾਣੂ ਹੁੰਦੇ ਹਨ ਅਤੇ ਆਕਸੀਜਨ ਦੇ 1 ਪਰਮਾਣੂ ਹੁੰਦੇ ਹਨ, ਯਾਨੀ ਕਿ ਉਹਨਾਂ ਦੀ ਰੇਸ਼ੋ ਹੁੰਦੀ ਹੈ 2:16 ਜਾਂ 2:16। ਸਿੰਪਲੀਫਾਈ ਕਰੀਏ ਤਾਂ ਉਹ ਆਉਂਦੀ ਹੈ 1:8। ਭਾਵ ਵੀ ਆਪਾਂ 9 ਗ੍ਰਾਮ ਪਾਣੀ ਨੂੰ ਡਿਕੰਪੋਜ਼ ਕਰਦੇ ਹਾਂ, ਤੋੜਦੇ ਹਾਂ, ਅਤੇ ਸਾਨੂੰ ਹਮੇਸ਼ਾ ਹੀ 1 ਗ੍ਰਾਮ ਹਾਈਡਰੋਜਨ ਮਿਲੇਗੀ ਅਤੇ 8 ਗ੍ਰਾਮ ਆਕਸੀਜਨ ਮਿਲੇਗੀ। ਨੈਕਸਟ ਅਸੀਂ ਅਮੋਨੀਆ ਦੀ ਐਗਜ਼ਾਮਪਲ ਲੈ ਸਕਦੇ ਹਾਂ। ਅਮੋਨੀਆ ਦਾ ਇੱਕ ਯੌਗਿਕ ਹੈ, ਇਸ ਦਾ ਫਾਰਮੂਲਾ ਹੁੰਦਾ ਹੈ NH3। ਇਸ ਵਿੱਚ ਨਾਈਟ੍ਰੋਜਨ ਦਾ 1 ਐਟਮ ਅਤੇ ਹਾਈਡਰੋਜਨ ਦੇ 3 ਐਟਮ ਹੁੰਦੇ ਹਨ। ਨਾਈਟ੍ਰੋਜਨ ਦਾ ਪੁੰਜ ਹੁੰਦਾ ਹੈ 14, ਜਦਕਿ ਹਾਈਡਰੋਜਨ ਦਾ ਹੁੰਦਾ ਹੈ 1। ਅਮੋਨੀਆ ਵਿੱਚ ਹਾਈਡਰੋਜਨ ਦੇ 3 ਐਟਮ ਹੁੰਦੇ ਹਨ, ਇਸ ਕਰਕੇ ਇਹਦਾ ਪੁੰਜ ਹੋ ਜਾਏਗਾ। ਅਤੇ ਜੇ ਆਪਾਂ 17 ਗ੍ਰਾਮ ਅਮੋਨੀਆ ਨੂੰ ਡਿਕੰਪੋਜ਼ ਕਰਦੇ ਹਾਂ ਤਾਂ ਸਾਨੂੰ 14 ਗ੍ਰਾਮ ਨਾਈਟ੍ਰੋਜਨ ਅਤੇ 3 ਗ੍ਰਾਮ ਹਾਈਡਰੋਜਨ ਮਿਲੇਗਾ। ਦਿਸ ਇਜ਼ ਦ ਲਾ ਆਫ ਦ ਕਾਂਸਟੈਂਟ ਪ੍ਰਪੋਰਸ਼ਨ। ਇਸ ਨੂੰ ਲਾ ਆਫ ਡੈਫੀਨੇਟ ਪ੍ਰਪੋਰਸ਼ਨ ਵੀ ਕਹਿੰਦੇ ਹਨ। ਮੈਨੂੰ ਉਮੀਦ ਹੈ ਤੁਹਾਨੂੰ ਇਹ ਦੋਨੋਂ ਲਾਜ਼, ਦ ਲਾ ਆਫ ਦ ਕੰਜ਼ਰਵੇਸ਼ਨ ਆਫ ਮਾਸ ਐਂਡ ਲਾ ਆਫ ਕਾਂਸਟੈਂਟ ਪ੍ਰਪੋਰਸ਼ਨ, ਬਹੁਤ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। We will cover the next topic in the next video. Thank you so much. Stay home, stay safe.